ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੀ ਗਈ ਅਰਦਾਸ ਦੀ ਸ਼ਬਦਾਵਲੀ ਦੀ ਜੋ ਲੜੀਵਾਰ ਵਿਆਖਿਆ ਚੱਲ ਰਹੀ ਹੈ ਉਸ ਨੂੰ ਅੱਗੇ ਵਧਾਉਣਗੇ। ਅੱਜ ਉਹ ਤਕਰੀਬਨ ਆਖਰੀ ਪੈਰੇ ਤੇ ਪਹੁੰਚ ਚੁੱਕੇ ਹਨ। ਆਖਰੀ ਪੈਰੇ ਦੇ ਸ਼ਬਦਾਂ ਦੀ ਵਿਆਖਿਆ ਸਾਡੇ ਨਾਲ ਸਾਂਝੀ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵੀਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਅਰਦਾਸ, ਜੋ ਸਿੱਖ ਨੂੰ ਨਿਰਭੈ ਪ੍ਰਤੀ ਦੋ ਵੇਲੇ ਅਰਦਾਸ ਕਰਨ ਦਾ ਹੁਕਮ ਹੈ। ਪੰਥ ਨੇ ਸਿੱਖ ਦੀ ਅਰਦਾਸ ਦੀ ਇਕਸਾਰਤਾ ਲਈ ਇੱਕ ਸ਼ਬਦਾਵਲੀ ਨਿਯਤ ਕੀਤੀ, ਜਿਸ ਸ਼ਬਦਾਵਲੀ ਵਿੱਚ ਸਿੱਖੀ ਦੇ ਸਿਧਾਂਤ, ਸਿੱਖੀ ਦੇ ਇਤਿਹਾਸ, ਸਿੱਖ ਸੱਭਿਆਚਾਰ, ਉਹ ਸਾਰਾ ਕੁਝ ਸਮੋਇਆ ਹੋਇਆ ਹੈ। ਸਿੱਖ ਦੀ ਨਿੱਜੀ ਜੀਵਨ, ਸਿੱਖ ਦਾ ਪੰਥਕ ਜੀਵਨ ਉਸ ਸ਼ਬਦਾਵਲੀ ਵਿੱਚੋਂ ਨਜ਼ਰ ਆਉਂਦਾ ਹੈ। ਉਹਦੀ ਵਿਚਾਰਾਂ ਆਪਾਂ ਲੜੀਵਾਰ ਕਰਦੇ ਆ ਰਹੇ ਹਾਂ। ਕਾਫੀ ਲੰਬੇ ਸਮੇਂ ਤੋਂ ਵਿਚਾਰ ਚੱਲ ਰਹੀ ਹੈ। ਪਿਛਲੇ ਹਫ਼ਤੇ ਅਸੀਂ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਾਹਿਤਕਾਰ ਜੀਓ, ਇਹ ਵਿਚਾਰਾਂ ਅਸੀਂ ਕੀਤੀਆਂ ਸੀ। ਅੱਜ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ ਖੁੱਲੇ ਦਰਸ਼ਨਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇੱਥੋਂ ਅੱਜ ਦੀ ਵਿਚਾਰ ਆਪਾਂ ਆਰੰਭ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸ਼ਬਦਾਵਲੀ ਦਾ ਲਫ਼ਜ਼ ਧਿਆਨ ਰੱਖਣ ਯੋਗ ਹੈ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਇੱਥੇ ਲਫ਼ਜ਼ ਨੂੰ ਨਹੀਂ ਹੈ। ਆਮ ਤੌਰ ਤੇ ਬਹੁਤ ਸਾਰੇ ਅਰਦਾਸੀਏ, ਅਰਦਾਸ ਕਰਨ ਵਾਲੇ ਇਸ ਤੇ ਲਫ਼ਜ਼ ਨੂੰ ਇਸਤੇਮਾਲ ਕਰਦੇ ਹਨ। ਨੂੰ ਲਫ਼ਜ਼ ਦੇ ਨਾਲ ਅਰਥ ਬਦਲ ਜਾਂਦੇ ਹਨ। ਇਮਾਰਤ ਕਦੀ ਆਪਣੀ ਥਾਂ ਤੋਂ ਹਿੱਲ ਕੇ ਦੂਜੀ ਥਾਂ ਤੇ ਨਹੀਂ ਜਾਂਦੀ। ਇਮਾਰਤਾਂ ਉੱਥੇ ਸਥਿਤ ਹਨ, ਗੁਰਦੁਆਰੇ ਉੱਥੇ ਹੀ ਹਨ। ਉਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਨਾ ਕਿ ਉਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ। ਦੋਨਾਂ ਦੇ ਅਰਥ ਭਾਵ ਫਰਕ ਹਨ। ਇਸ ਵਾਸਤੇ ਜੋ ਸ਼ਬਦਾਵਲੀ ਲਿਖੀ ਗਈ ਹੈ, ਉਹ ਤੋਂ ਲਫ਼ਜ਼ ਲਿਖਿਆ ਗਿਆ ਵੀ ਇਮਾਰਤਾਂ ਉੱਥੇ ਦੀਆਂ ਉੱਥੇ ਹਨ, ਗੁਰਦੁਆਰੇ ਉੱਥੇ ਹੀ ਹਨ। ਉਹਨਾਂ ਤੋਂ ਪੰਥ ਨੂੰ ਵਿਛੋੜ ਦਿੱਤਾ ਗਿਆ, ਭਾਵ ਦੂਰੀ ਬਣਾ ਦਿੱਤੀ ਗਈ। ਇਹ ਲਫ਼ਜ਼ਾਂ ਇਸਤੇਮਾਲ ਕਰਨ ਲੱਗਿਆਂ ਖਾਸ ਖਿਆਲ ਰੱਖਣ ਦੀ ਲੋੜ ਹੈ ਕਿ ਅਸੀਂ ਨੂੰ ਨਹੀਂ, ਇੱਥੋਂ ਲਫ਼ਜ਼ ਤੋਂ ਦੇ ਇਸਤੇਮਾਲ ਕਰਨਾ ਹੈ। ਗੁਰਦੁਆਰੇ ਦੀ ਗੱਲ, ਇਸ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰਦੁਆਰਾ ਉਹ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਸੰਗਤ ਜੁੜਦੀ ਹੋਵੇ, ਜਿੱਥੇ ਕੀਰਤਨ, ਕਥਾ, ਗੁਰਮਤਿ ਵਿਚਾਰ, ਸ਼ਬਦ ਦੀ ਮਹਿਮਾ, ਗੁਰੂ ਅੱਗੇ ਅਰਦਾਸ, ਜੂਦੜੀ, ਨਗਾਰਾ, ਨਿਸ਼ਾਨ ਸਾਹਿਬ। ਗੁਰਦੁਆਰਿਆਂ ਵਿੱਚ ਸੰਗਤ ਤੇ ਪੰਗਤ ਦੇ ਰਾਹੀਂ ਗੁਰਮਤਿ ਦਾ ਅਭਿਆਸ ਹੁੰਦਾ ਹੈ। ਗੁਰਦੁਆਰੇ ਦੀ ਪਰਿਭਾਸ਼ਾ ਦੇ ਵਿੱਚ ਅਸੀਂ ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹੀ ਸੀ ਤਾਂ ਗੁਰਦੁਆਰੇ ਦੀ ਪਰਿਭਾਸ਼ਾ 'ਚ ਹੋਰ ਵੀ ਬਹੁਤ ਚੀਜ਼ਾਂ ਆਈਆਂ ਸਨ। ਮੈਂ ਸਿਰਫ ਸੰਖੇਪ ਦਾ ਜ਼ਿਕਰ ਕਰ ਰਿਹਾ। ਪੰਜਾਬ ਸਿੱਖ ਦੀ ਜੀਵਨ ਕਲਾ ਦਾ ਇੱਕ ਕੇਂਦਰ ਬਣਿਆ ਰਿਹਾ ਹੈ। ਤੇ ਪੰਜਾਬ ਨੂੰ ਕਿਹਾ ਜਾਂਦਾ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਕਿ ਜਿਹੜਾ ਕਦੀ ਗੁਰਾਂ ਦੇ ਨਾਂ ਤੇ ਪੰਜਾਬ ਜਿਉਂਦਾ ਸੀ, ਜਿਉਂਦਾ ਵਸਦਾ ਸੀ, ਉਸ ਹੱਸਦੇ ਵਸਦੇ ਹੋਏ ਪੰਜਾਬ ਨੂੰ 1947 ਵਿੱਚ ਵੰਡ ਦਿੱਤਾ ਗਿਆ। ਵੰਡ ਹੋਈ ਤਾਂ ਭਾਰਤ ਦੀ ਸੀ,
हिंदू भारत हिंदुस्तान, मुसलमान भारत पाकिस्तान ये वखरे वखरे हो गए। सिखां ने हिंदू भारत का साथ दिता, मुसलमानों के इलाके विचों कढ़ दिते गए। इत्थों इस कौम की राजसी बदकिस्मती का मुढ़ वजदा है। कौम की राजसी बदकिस्मती का मुढ़ इत्थों वजदा है। इस राजसी ध्रुव ने, राजसी धक्के ने इस सीधी सादी कौम नूं या इस कौम की आजादाना हस्ती नूं भी संकट विच पा दिता, जो अज असीं वेखदे हां कि जो ध्रुव कमाया गया ਉਹਦੇ ਨਾਲ ਸਾਡੀ आजाद हस्ती ਨੂੰ भी धक्का ਵੱਜਾ। इस दर्द का, उस विछोड़े का, उस वंड का दर्द तो किसी ने ना मनाया, मनाउणा भी किने सी। दुख तो साडा तमाशा वेखण वाले सन। पर एक कौम अपने पिंडे ते जो कुछ इसने हंडाया, ਉਹਦੀ दर्द बहुत सालों तक नहीं भुली। अज भी जो पुराने बजुर्ग गल करते हैं तो पाकिस्तान की हिंदुस्तान ते पाकिस्तान की वंड की दर्द जिहड़ी उन्हां दे सीने विचों जदों निकलती है खूक बन के, उन्हां दी अखां भिज जांदियां हन, उन्हां दी अखां जिहड़ियां हन भिज जांदियां हन। एक ऐसी दर्द है। पंजाब वंड तो पहला इक्को हुंदा सी, पर सिखां दे खून दे विच पंजाब पहलां भी सी, सिखां दे खून विच पंजाब हुण भी है। एक बेनती होर करदिआं, सिख जिथे मर्जी बैठा होवे, सिखां दे खून च पंजाब आउण वाले समय विच भी रहेगा। भावें मुगल आए, अफगान आए, अंग्रेज आए, कोई होर चढ़ के आया, पर सिखां दे खून विचों ये पंजाब की सोच नूं खत्म नहीं कर सकिया। अज 60 साल 70 साल हो गए अमेरिका दे विच, यूएसए विच बैठिया नूं, इंग्लैंड विच बैठिया नूं, कैनेडा विच वसिया नूं, पर सोच पंजाब की अज भी उन्हां दे दिमाग विच घुमदी है। 47 च वंड हुई, लकीर खिच दिती गई। रावी तो पार दे इलाके पंजाब धन गुरु नानक देव सच्चे पातशाह जी की आमद वाली धरती, इस संसार ते आउण दा जो स्थान सी, वो वड्डिया दूजे पासे चला गया। असीं पसंद किया हिंदुस्तान दे नाल रहना, साड़ियां जमीनां गईयां, साडे परिवारां दे नुकसान होए, ते उस पीड़ा दी, उस दर्द दी एक हूक जी अज भी जदों निकलदी है तो मैनूं एक कवि दीयां कईयां होईयां गल्लां याद आउंदियां हन, जिहड़ियां उन्हां ने शेरे पंजाब की धरती ते जो उन्हां दी सालाना याद मनाई जाती है, उत्थे आए मुसलमान हिंदू सिख भी बहुत देर बाद इकट्ठे होए। तो उत्थे एक कवि ने वो लफ्ज़ जिहड़े सी कहे सी, वो बड़े कमाल दे मैनूं अज भी वो थोड़े याद आउंदे हन। मूहों भावें ना कहिए पर विचों विची खोए तुसी भी हो ते खोए असी भी हां। मूहों भावें ना कहिए पर विचों विची खोए तुसी भी हो ते खोए असी भी हां। लुटल वालियां ने रज के लुटिया है, पर खोए तुसी भी हो ते खोए असी भी हां। लाली अखां दी पई दसदी है कि रोए तुसी भी हो ते रोए असी भी हां। उम्मीद है कि कुछ जिंदगी मिल जासी, पर मोए तुसी भी हो ते मोए असी भी हां। ये बहुत कमाल दे अंदर दी एक पीड़ा है जिसनूं उस कवि ने इन्हां शब्दां विच बन्ध के रख दिता। बहुत जदों थोड़ा बहुता आउण जाण खुल्लिया कई सालां बाद, इस पंजाब दे दोने पासियां तो जो लोग इकट्ठे होए शेरे पंजाब महाराज दे यादगार मनाउण दे लई, उत्थे जदों 17 उन्हें पढ़ियां तो कोई अख ऐसी नहीं सी जिहड़ी गिल्ली ना होई होवे। फिर उन्हें कहा लाली अखां दी पई दसदी है कि रोए तुसी भी हो ते रोए असी भी हां। उम्मीद है कि कुछ जिंदगी मिल जाती, पर मोए तुसी भी हो ते मोए असी भी हां। साडियां हवेलियां, साडियां जमीनां, साडे घर जिन्हां दे असीं कदी बादशाह हुंदे सां, एक दिन सिखां नूं भुखारी बना के रख दिता। दो कपड़ियां नाल
घर छड्डण लई मजबूर हो गए। ਜਿਹੜੇ ਆਪ ਬਾਦਸ਼ਾਹ ਸਨ, ਜਿਨ੍ਹਾਂ ਕੋਲ ਸੈਂਕੜੇ ਨੌਕਰਾਂ ਦੇ ਹੁੰਦੇ ਸਨ, ਉਹ ਨੌਕਰੀਆਂ ਕਰਨ ਲਈ ਮਜਬੂਰ ਹੋ ਗਏ, ਰੇਹੜੀਆਂ ਲਾਉਣ ਲਈ ਮਜਬੂਰ ਹੋ ਗਏ। ਪਰ ਰੱਬ ਨੇ ਫਿਰ ਸਾਨੂੰ ਭਾਗ ਲਾਇਆ। ਦੱਤ ਨੇ, ਮਾਲਕ ਨੇ ਸਾਨੂੰ ਖੂਨ ਹੀ ਪਤਾ ਨਹੀਂ ਕਿਹੋ ਜਿਹਾ ਬਖਸ਼ਿਆ ਕਿ ਲੁੱਟੇ ਪੁੱਟੇ ਜਾਣ ਤੇ ਮਰ ਜਾਣ, ਸੜ ਜਾਈਏ, ਪਰ ਕੁਝ ਸਮੇਂ ਬਾਅਦ ਫਿਰ ਉੱਠ ਕੇ ਖੜੇ ਹੋ ਜਾਈਦਾ। ਇਹ ਸਾਨੂੰ ਖੂਨ ਹੀ ਰੱਬ ਨੇ ਕੁਛ ਇਹੋ ਜਿਹਾ ਬਖਸ਼ਿਆ। ਅਸੀਂ ਮੰਧੋਲੇ ਗਏ 47 ਵਿੱਚ, ਪਰ ਕੁਝ ਸਮੇਂ ਬਾਅਦ ਆਪਣੇ ਪੈਰਾਂ ਤੇ ਖੜੇ ਹੋਣ ਲੱਗ ਪਏ। ਅਸੀਂ ਮੰਧੋਲੇ ਗਏ ਫਿਰ 1966 ਵਿੱਚ, ਫਿਰ ਅਸੀਂ ਪੈਰਾਂ ਤੇ ਖੜੇ ਹੋਏ। ਇੱਕ ਸੂਬੀ, ਪੰਜਾਬੀ ਸੂਬੇ ਤੋਂ ਪੰਜਾਬੀ ਸੂਬੀ ਮਿਲੀ, ਉਹਨੂੰ ਵੀ ਆਬਾਦ ਕਰ ਲਿਆ। ਅਸੀਂ ਮੰਧੋਲੇ ਗਏ 1984 ਵਿੱਚ, ਲਗਾਤਾਰ 13 ਸਾਲ ਸਾਡਾ ਕਤਲੇਆਮ ਹੁੰਦਾ ਰਿਹਾ। ਅਸੀਂ ਮੁੜ ਜਾਗ ਪਏ, ਮੁੜ ਖੜੇ ਹੋ ਗਏ। ਇਹ ਖੂਨ ਰੱਬ ਨੇ, परमात्मा ने कुछ इस खालसे नूं, सिखां नूं इहो जिहा बख्शिया है। सब कुछ हो गया, पर सिखां नूं ननकाना साहब नहीं भुलदा। भुले भी क्यों? जिथे गुरु नानक पातशाह इस निर्मल धर्म दे बानी, जिन्हां दा आगमन होया होवे, वो स्थान भुल भी किवें सकदा है? वो ना ही सिखां नूं उत्थों दे गुरुद्वारे भुलदे हन। ननकाना वो धरती है जिथे बाबा नानक पातशाह जी ने अपनी जिंदगी के पहले उम्र गुजारे। वो धरती है जिथे गुरु नानक देव पातशाह जी ने पांधे पास पढ़न लई गए, और पांधे नूं इह गल कह दी थी, लिख नाम सलाह लिख, लिख अंत ना पारा वार। अगों कि ये लिखिया बाबा, ये लेखा लिख जान, जिथे लेखा मंगिया तिथे होए सच्चा निशान। ये जदों गल कही सी पांधे नूं, जाल मूह घस वस कर, मत कागज कर सार, भाव कलम कर चित लिखारी, गुर पिछ लिख विचार। ये धरती गुरु नानक पातशाह की वो धरती है जिथे लोड़वंदां नूं सहायता करने की जाच सिखाई। भाई वीर सिंह जी ने बड़ा कमाल का लिखिया जदों इस घटना नूं वर्णन किया। मैं वो घटना वाल नहीं जावांगा, सिर्फ इन्नी गल करनी चाहांगा कि गुरु नानक देव पातशाह सच्चे पातशाह जी ने इस धरती ते आगमन लिया, और जिहड़ी धरती साडे उस मालक दी होवे, जिथे उन्हां दा जन्म होया होवे, ये ननकाना मेरे गुरु दीआं रहमतां नाल जिथे नवाजिया गया होवे, ये जिहड़ी धरती गुरु नानक दे पातशाह दे जन्म दे मुढ़ले सालां दी धरती होवे, वो साडे तों विछड़ गया। अरदास विच असीं याद करदे हां, दाता खड़े होके उस मालक दे अगे, तेरे सामने कुछ नहीं, बस इहो जी मेहर कर भी ये लकीर फिर मिट जाए। जिहड़ियां लकीरां बन गईयां हन, ये लकीरां मिट जाण, असीं तेरे खुले दर्शनदारे कर सकीए। ननकाना साहब तो इलावा रावी दे जिहड़े दूजे पासे होर खलोते करतारपुर दिसदा है, जिथे गुरु नानक पातशाह ने लगभग जिंदगी के 18 साल बतीत किए। उस धरती ते हल वाया, आखिरी समय जीवन का गुजारिया। वो धरती जिथे भाई लहणे नूं 7 साल भाई लहणे ने सिक्खी नूं कमाया, वो धरती जिथे भाई लहणे ने सिक्खी की कमाई की, वो धरती जिथे भाई लहणे ने गुरु नानक का हर हुक्म मन्निया, वो धरती जिथे गुरु नानक देव पातशाह ने अपनी जोत वो अपने सेवक दे विच रख दी, वो धरती भी किवें भुल सकती है? वो धरती का जिक्र असीं किवें अरदास विच ना करिए? इस वास्ते असीं कहते हाँ, जिहड़े ननकाना साहिब ते होर गुरुद्वारे गुरु धामां जिन्हां तों पंथ नूं विछोड़िया गया है, ये स्थान है। होर गुरुद्वारियां विच वो स्थान आउंदा चूना मंडी लाहौर दा, जिथे मालक गुरु रामदास पातशाह का जन्म हुंदा है, इत्थे उन्हां दी आमद हुंदी है। ये भी कदी ना भुल्लिओ कि इस धरती दे उत्ते ही एक यतीम बन के भाई जेठे दे रूप विच लाहौर दीआं गलियां विच घुंगणियां बेचणियां ये सिख लईआं सन। भाई जेठे ने चूना मंडी लाहौर विच घुंगणियां बेचियां, ते वो धरती भी अज साडे तों दूर चली गई, जिथे असीं गुरु रामदास महाराज का बचपन भी नहीं देख सकते। ये वो धरती है जिथे गुरु अर्जन देव पातशाह ने तत्ती तवी ते बैठ के सिक्खी दे एक नवी पिरत चलाई। ये समझा दिता, सेवक की ओढ़ ने भी प्रीत, जीवत साहिब सेवो अपना
चलते राख्यो जीत, जैसी आज्ञा कीनी ठाकुर, तिसते मुख नहीं मोरियो, सहज आनंद रखियो ग्रह भीतर, ऊठ अहां को दोहरियो। उत्थे कोई शब्द क्या, तेरा किया मीठा लागे, हर नाम पदारथ नानक मांगे। ਇਹ ਲਾਹੌਰ ਦੀ ਧਰਤੀ ਹੈ ਜਿੱਥੇ ਖਾਲਸਾ ਰਾਜ ਕਾਇਮ ਹੋਇਆ। ਆਪ ਜੀ ਨੂੰ ਯਾਦ ਹੋਵੇਗਾ, ਇਹ ਉਹ ਧਰਤੀ ਹੈ ਜਿੱਥੇ ਸਿੱਖ ਕੌਮ ਨੂੰ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੇ ਦੇ ਰੂਪ ਵਿੱਚ ਮਿਲਿਆ। ਇਹ ਉਹ ਲਾਹੌਰ ਦੀ ਧਰਤੀ ਹੈ ਜਿੱਥੇ ਕਦੀ ਸੱਤਾ ਦੇ ਬਲਵੰਡ ਰੁੱਸ ਕੇ ਗਏ। ਇਹ ਉਹ ਧਰਤੀ ਹੈ ਜਿਸ ਧਰਤੀ ਦੇ ਉੱਤੇ ਸਿੱਖਾਂ ਨੇ ਖੋਪੜੀਆਂ ਲਹਾਈਆਂ। ਉਹ ਧਰਤੀ ਹੈ ਜਿੱਥੇ ਸਿੱਖਾਂ ਦਾ ਬੰਦ ਕੱਟਿਆ ਗਿਆ। ਇਹ ਉਹ ਧਰਤੀ ਹੈ ਜਿੱਥੇ ਆਰਿਆਂ ਦੇ ਨਾਲ ਚੀਰੇ ਗਏ। ਇਹ ਧਰਤੀ ਹੈ ਜਿੱਥੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ। ਇਹ ਧਰਤੀ ਹੈ ਜਿੱਥੇ ਭਾਈ ਤਾਰੂ ਸਿੰਘ ਦੀ ਖੋਪੜੀ ਲੱਥੀ ਔਰ ਭਾਈ ਤਾਰੂ ਸਿੰਘ ਉਸ ਖੋਪੜੀ ਤੋਂ ਬਿਨਾਂ ਜਿਉਂਦੇ ਰਹੇ। ਉਹ ਅਸੀਂ ਸ਼ਬਦ ਵਰਤੇ ਹਨ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕੇਵਲ ਨਨਕਾਣਾ ਨਹੀਂ, ਜਿੰਨੇ ਵੀ ਉੱਥੇ ਗੁਰਦੁਆਰੇ ਹਨ, ਜਿੰਨੇ ਵੀ ਉੱਥੇ ਸਥਾਨ ਹਨ, ਉਹ ਉਹਨਾਂ ਦੇ ਅਸੀਂ ਮੰਗਦੇ ਹਾਂ। ਉਹਨਾਂ ਦੇ ਦਰਸ਼ਨਦਾਰਿਆਂ ਦੀ ਦਾ ਕਿਉਂ ਮੰਗਦੇ ਹਾਂ? ਕਿਉਂਕਿ ਇਹ ਧਰਤੀ ਦੇ ਨਾਲ ਸਿੱਖੀ ਦਾ ਇੱਕ ਖਾਸ ਸੰਬੰਧ ਹੈ। ਇਹ ਇਸ ਧਰਤੀ ਦੇ ਨਾਲ ਸਿੱਖਾਂ ਦਾ ਖਾਸ ਇੱਕ ਰਿਸ਼ਤਾ ਹੈ, ਇੱਕ ਨਿੱਘਾ ਰਿਸ਼ਤਾ ਹੈ। ਇਸੇ ਵਾਸਤੇ ਹੀ ਇਹ ਧਰਤੀ ਦੇ ਉੱਤੇ ਅੱਜ ਉਹਨਾਂ ਦਾ ਪੰਥ ਦੇ ਜਿਹੜੀਆਂ ਅਸੀਂ ਗੱਲ ਕਰ ਸਕਦੇ ਹਾਂ ਵੀ ਹੋਰ ਜਿਹੜੇ ਇੰਨੀਆਂ ਕੁਰਬਾਨੀਆਂ ਹੋਈਆਂ, ਇੰਨਾ ਕੁਛ ਹੋਇਆ। ਲਾਹੌਰ ਦੇ ਪੰਜਾ ਸਾਹਿਬ ਸਾਡੇ ਕੋਲ ਗਿਆ, ਉਹ ਸਾਡੇ ਕੋਲੋਂ ਉਹ ਜਿਹੜੇ ਸਿੱਖ ਸ਼ਹੀਦ ਹੋਏ ਗੱਡੀ ਨੂੰ ਰੋਕਦੇ ਹੋਏ ਉਹ ਸਥਾਨ ਸਾਡੇ ਕੋਲੋਂ ਚਲੇ ਗਏ। ਇੱਕ ਸਹਿਤ ਇੱਕ ਦਰਦ ਹੈ ਇਸ ਅਰਦਾਸ ਦੇ ਵਿੱਚ, ਇੱਕ ਸਾਡੀ ਅੰਦਰਲਾ ਦਰਦ ਹੈ। ਸਹਿਤ ਇੱਕ ਦਰਦ ਹੈ ਜਿਹੜਾ ਸ਼ਬਦਾਂ ਵਿੱਚ ਅਕਾਲ ਅਸੀਂ ਵਰਤ ਪ੍ਰਮਾਤਮਾ ਦੇ ਅੱਗੇ ਵਰਤਦੇ ਹਾਂ। ਤੇ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਵਿੱਚ ਵੀ ਹੁਕਮ ਕਰ ਦਿੱਤਾ ਗਿਆ ਕਿ ਸਵੇਰੇ ਸ਼ਾਮ ਹੋਣ ਵਾਲੀ ਅਰਦਾਸ ਵਿੱਚ ਇਹ ਵਾਕ ਜਿਹੜੇ ਹਨ ਉਹ ਸ਼ਾਮਲ ਕੀਤੇ ਗਏ। ਪੰਥ ਦੇ ਸਦਾ ਸਾਹਿਬਕਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇੱਕ ਵਾਕ ਉਦੋਂ ਤੋਂ ਹੀ ਦੁਹਰਾਏ ਜਾਂਦੇ ਹਨ ਤੇ ਅੱਜ ਅਰਦਾਸ ਦਾ ਸਾਡਾ ਇੱਕ ਅਮੁੱਲਕ ਅਟੁੱਟ ਅੰਗ ਬਣ ਕੇ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ। ਇਹ ਅਰਦਾਸ ਹੈ ਜਿਹੜੀ ਸ਼ਬਦਾਵਲੀ ਦੀ ਜਿਹੜੀ ਗੁਰਦੁਆਰਿਆਂ ਨੂੰ ਯਾਦ ਕਰਨ ਦੀ ਅਰਦਾਸ। ਗੁਰਦੁਆਰਾ ਸਿੱਖੀ ਦਾ ਕੇਂਦਰ ਹਨ, ਸਥਾਨ ਹਨ। ਇਸ ਵਾਸਤੇ ਉਹਨਾਂ ਨੂੰ ਯਾਦ ਕਰਨ ਦੇ ਲਈ ਅਰਦਾਸ ਦੇ ਸ਼ਬਦ ਅਸੀਂ ਵਰਤਦੇ ਹਾਂ। ਫਿਰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਡਿਊਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਹੈ। ਇੱਥੇ ਉਸ ਕਾਰਜ ਲਈ ਅਰਦਾਸ ਕੀਤੀ ਜਾਂਦੀ ਹੈ ਜਿਸ ਕਾਰਜ ਲਈ ਸੰਗਤ ਇਕੱਠੀ ਹੋਈ ਹੋਵੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਡਿਊਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਉਹ ਸ਼ਬਦ ਹਨ। ਫਿਰ ਜਿਹੜੀ ਬਾਣੀ ਪੜ੍ਹੀ ਜਾਵੇ ਉਹਦੀ ਅਰਦਾਸ ਕੀਤੀ ਜਾਂਦੀ ਹੈ। ਆਪ ਜੀ ਦੇ ਹਜ਼ੂਰ ਨਿਤਨੇਮ ਦੀ ਅਰਦਾਸ, ਰਾਜ ਸਾਹਿਬ ਦੀ ਅਰਦਾਸ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਿਮਾਣਿਆਂ ਦੇ ਮਾਣ, ਇਹਦਾ ਅਰਥ ਹੈ ਦੁਨੀਆ ਵਿੱਚ ਕੋਈ ਵੀ ਅਦਬ ਨਹੀਂ ਕਰਦਾ, ਉਸ ਨੂੰ ਸਤਿਕਾਰ ਨਹੀਂ ਕਰਦਾ। ਤੂੰ ਇੰਨਾ ਕਿਰਪਾਲੂ ਹੈ ਮੇਰੇ ਮਾਲਕਾ, ਜਿਨ੍ਹਾਂ ਦਾ ਕੋਈ ਮਾਣ ਨਹੀਂ, ਤੁਸੀਂ ਉਹਨਾਂ ਨਿਮਾਣਿਆਂ ਨੂੰ ਮਾਣ ਦਿੰਦੇ। ਪਹਿਲੀ ਗੱਲ, ਅਰਦਾਸ ਦੇ ਵਿੱਚ ਇਹ ਸ਼ਬਦ ਬੜੇ ਮਾਇਨੇ ਰੱਖਦੇ ਹਨ। ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ। ਜਿਹੜਾ ਬੰਦਾ ਮਾਨ ਤੇ ਅਭਿਮਾਨ ਦੇ ਵਿੱਚ ਗੱਲ ਕਰਦਾ ਉਹ ਸੇਵਕ ਨਹੀਂ ਹੋ ਸਕਦਾ। ਅਰਦਾਸ ਸੇਵਕ ਤੋਂ ਬਿਨਾਂ ਹੋ ਨਹੀਂ ਸਕਦੀ। ਜੇ ਅੰਦਰ ਮਾਨ ਹੈ ਕਿਸੇ ਚੀਜ਼ ਦਾ, ਅੱਜ ਮਾਨ ਦੀ ਗੱਲ ਕਰੀਏ ਤੇ ਮਾਨ ਜਦੋਂ ਕਿ ਹੁੰਦਾ ਹੈ ਉਹ ਕਈ ਚੀਜ਼ਾਂ ਦਾ ਸਾਡੇ ਅੰਦਰ ਹੁੰਦਾ ਹੈ। ਮਾਨ ਰੂਪ ਦਾ ਹੈ, ਮਾਨ ਸਾਨੂੰ ਪੈਸੇ ਦਾ ਹੈ, ਪਰ ਇਸ ਮਾਨ ਦੇ ਨਾਲ ਕਦੀ ਮਿਲਾਪ ਨਹੀਂ ਹੁੰਦਾ। ਜਦੋਂ ਜਿੰਨੀ ਦੇਰ ਮਾਨ ਹੈ ਉਨੀ ਦੇਰ ਮਿਲਾਪ ਨਹੀਂ ਹੈ, ਤੇ ਜਦੋਂ ਮਾਨ ਖਤਮ ਹੋਏਗਾ ਮਿਲਾਪ ਉਦੋਂ ਹੋਏਗਾ। ਸਤਿਗੁਰੂ ਜੀ ਨੇ ਸਾਨੂੰ ਅਰਦਾਸ ਕਰਨ ਦੀ ਇਜਾਜ਼ਤ ਦੱਸੀ। ਉਸੇ ਰੂਪਹੀਨ, ਮਾਨ ਕਿਹਦੇ ਤੇ ਹੁੰਦਾ? ਆਪਣੇ ਰੂਪ ਦੇ ਉੱਤੇ।
ਭਲਿਆ ਜਦੋਂ ਅਰਦਾਸ ਕਰਨ ਲਈ ਖੜਾ ਹੋਇਆ, ਕਦੀ ਆਪਣੇ ਸੁੰਦਰਤਾ ਦਾ ਮਾਣ ਨਾ ਕਰ ਬੈਠੀ, ਮੈਂ ਬੜਾ ਖੂਬਸੂਰਤ ਹਾਂ। ਮਾਣ ਹੁੰਦਾ ਹੈ ਆਪਣੀ ਬੁੱਧੀ ਦੇ ਉੱਤੇ, ਆਪਣੀ ਤਾਕਤ ਦੇ ਉੱਤੇ, ਆਪਣੇ ਜ਼ੋਰ ਦੇ ਉੱਤੇ, ਆਪਣੇ ਪੈਸੇ ਦੇ ਉੱਤੇ। ਇਹ ਮਾਣ ਹੈ ਮਨੁੱਖ ਨੂੰ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਰਦਾਸ ਕਰਨੀ ਤਾਂ ਨਿਮਾਣਾ ਬਣ ਕੇ ਕਰੀ। ਇਹ ਗੱਲ ਕਹੀ, ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਉਦੋਂ ਇਹ ਬਣ ਕੇ ਨਿਮਾਣਾ ਬਣ ਕੇ ਅਰਦਾਸ ਕਰ। ਜਦੋਂ ਇਹ ਕਹੇਗਾ, ਨਾਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ, ਅਨਾਥ ਬਣ ਕੇ ਅਰਦਾਸ ਕਰ। ਜੇ ਤੂੰ ਮਾਣ ਰੱਖ ਕੇ ਕਰੇਗਾ, ਅਰਦਾਸ ਦੀ ਸ਼ਬਦਾਵਲੀ ਕਿਆ ਕਮਾਲ ਦੀ ਹੈ। ਕਿੰਨੀ ਨਿਮਰਤਾ, ਕਿੰਨਾ ਭਾਵ, ਕਿੰਨਾ ਕੁਝ ਸਾਨੂੰ ਦਿਖਾ ਦਿੱਤਾ। ਗੁਰੂ ਪਾਤਸ਼ਾਹ ਨੇ ਅਰਦਾਸ ਕਰਨ ਦੀ ਗੱਲ ਜਿਹੜੀ ਸਮਝਾਈ, ਬੜਾ ਕੁਝ ਸਾਨੂੰ ਇਹਦੇ ਵਿੱਚ ਸ਼ਬਦਾਵਲੀ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਭਲੇ ਜ਼ਿੰਦਗੀ ਵਿੱਚ ਨਿਮਾਣਾ ਬਣ ਕੇ ਜੀ, ਪਰ ਆਪਣੇ ਨਿਮਾਣੇ ਦਾ ਮਾਣ ਪਰਮੇਸ਼ਰ ਨੂੰ ਸਮਝ। ਉਹ ਮਾਣ ਬਖਸ਼ਣ ਵਾਲਾ ਹੈ। ਇਹ ਵਡਿਆਈਆਂ ਉਹਦੀਆਂ ਹਨ, ਉਹ ਨਿਤਾਣਿਆਂ ਦਾ ਤਾਨ ਹੈ। ਜਦੋਂ ਅਸੀਂ ਨਿਮਾਣਿਆਂ ਦਾ ਮਾਣ ਦੀ ਗੱਲ ਖਤਮ ਕਰਦੇ ਹਾਂ, ਫਿਰ ਅਸੀਂ ਗੱਲ ਕਰਦੇ ਹਾਂ ਨਿਤਾਣਿਆਂ ਦੇ ਤਾਨ ਦੀ ਗੱਲ। ਵੀ ਜਦੋਂ ਮਨੁੱਖ ਦੀ ਤਾਕਤ ਖਤਮ ਹੋ ਜਾਂਦੀ ਹੈ, ਜੇ ਤੂੰ ਕਿਰਪਾ ਕਰਦੇ ਮਾਲਕ ਸੱਚੇ ਪਾਤਸ਼ਾਹ, ਤੇ ਤੂੰ ਫਿਰ ਨਿਤਾਣਿਆਂ ਦਾ ਤਾਨ ਵੀ ਬਣ ਜਾਂਦਾ। ਤੂੰ ਨਿਉਟਿਆਂ ਦੀ ਊਠ ਹੈ। ਬੰਦਾ ਕਿਸੇ ਨਾ ਕਿਸੇ ਆਸਰੇ ਤੇ ਜਿਉਂਦਾ ਹੈ। ਜਿਸ ਬੰਦੇ ਦੀ ਕੋਈ ਵੀ ਊਠ ਨਾ ਰਹਿ ਜਾਏ, ਉੱਥੇ ਫਿਰ ਅਸੀਂ ਕਹਿੰਦੇ ਮਹਾਰਾਜ ਤੂੰ ਤਾਂ ਨਿਉਟਿਆਂ ਦੀ ਊਠ ਹੈ। ਚੌਥਾ ਸ਼ਬਦ ਹੈ ਸੱਚੇ ਪਿਤਾ ਵਾਹਿਗੁਰੂ ਜੀ। ਇੱਥੇ ਪਿਤਾ ਨਾਲ ਸ਼ਬਦ ਸੱਚੇ ਵਰਤਿਆ ਗਿਆ ਹੈ। ਸੰਸਾਰੀ ਸੰਬੰਧ ਪੁੱਤਰ ਪਿਤਾ ਦੇ ਝੂਠੇ ਹਨ, ਭੁਲੇਖਾ ਬਣ ਜਾਂਦਾ। ਅੱਜ ਹੈ, ਕੱਲ ਖਤਮ ਹੋ ਜਾਂਦਾ। ਕਿੰਨੇ ਕੁ ਪਿਤਾ ਬਣੇ, ਕਿੰਨੇ ਕੁ ਪੁੱਤਰ ਬਣੇ। ਜੇ ਅਸੀਂ ਕਿਤੇ ਅਰਦਾਸ ਦੇਖਦੇ ਸ਼ਬਦਾਵਲੀ ਨੂੰ ਪੜ੍ਹੀਏ ਨਾ, ਕਿੰਨੇ ਕੁ ਪੁੱਤਰ ਸਾਡੇ, ਕਿੰਨਿਆਂ ਦੇ ਅਸੀਂ ਪਿਤਾ ਬਣੇ, ਕਿੰਨਿਆਂ ਦੇ ਪੁੱਤਰ ਬਣੇ। ਗੁਰਬਾਣੀ 'ਚ ਬਾਰ-ਬਾਰ ਗੱਲ ਆਉਂਦੀ ਹੈ। ਪਰ ਸੱਚਾ ਪਿਤਾ ਕੇਵਲ ਇੱਕ ਵਾਹਿਗੁਰੂ ਆਪ ਹੈ, ਅਕਾਲ ਪੁਰਖ ਵਾਹਿਗੁਰੂ ਹੈ। ਇਹ ਜਿਹੜੇ ਸ਼ਬਦ ਨਿਮਾਣਿਆਂ ਦੇ ਮਾਣ, ਨਿਤਾਣੇ ਦੇ ਤਾਰ, ਨਿਉਟਿਆਂ ਦੇ ਬੜੇ ਮਹਿਣੇ ਰੱਖਦੇ ਨੇ। ਸੰਸਾਰ ਦੇ ਅੰਦਰ ਹਰ ਬੰਦੇ ਦੇ ਅੰਦਰ ਇੱਕ ਬੀਜ ਜਿਹਾ ਜ਼ਰੂਰ ਛੁਪਿਆ ਹੋਇਆ ਹੁੰਦਾ ਹੈ। ਕਈ ਇਸ ਬੀਜ ਨੂੰ ਅੰਦਰ ਖਾਤੇ ਨੱਪ ਕੇ ਬਹਿ ਜਾਂਦੇ ਨੇ, ਤੇ ਕਈ ਉਹਨੂੰ ਪ੍ਰਗਟ ਕਰ ਦਿੰਦੇ ਹਨ। ਇਹ ਹਉਮੈ ਦੇ ਬੀਜ ਦੀ ਗੱਲ ਕਰ ਰਿਹਾ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੇਰਾ ਮਾਣ ਹੋਵੇ, ਮੇਰੀ ਵਡਿਆਈ ਹੋਵੇ, ਮੇਰਾ ਥਾਨ ਹੋਵੇ, ਮੇਰੇ ਕੋਲ ਤਾਕਤ ਹੋਵੇ। ਕਦੀ ਵੀ ਕਿਸੇ ਇਨਸਾਨ ਨੇ ਇਹ ਨਹੀਂ ਸੋਚਿਆ ਕਿ ਸਮਾਜ ਦੇ ਵਿੱਚ ਮੇਰੀ ਬੇਇੱਜ਼ਤੀ ਹੋ ਜਾਏ। ਇਹ ਨਹੀਂ ਸੋਚਿਆ। ਕਦੀ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਸਮਾਜ ਦੇ ਲੋਕ ਮੇਰੀ ਨਰਾਦਰੀ ਕਰਨ। ਆਮ ਬੰਦੇ ਦੀ ਗੱਲ ਕਰ ਰਹੇ ਹਾਂ। ਲੇਕਿਨ ਭਗਤ ਜਨ ਕਹਿੰਦੇ ਨੇ, ਨਿੰਦੋ ਨਿੰਦੋ ਮੋਹ ਕੋ ਲੋਕ ਨਿੰਦੋ। ਭਗਤ ਜਨ ਕਹਿੰਦੇ ਨੇ। ਕਿਤੇ ਇੱਕ ਬੰਦਾ ਕੋਈ ਚਾਹੁੰਦਾ ਕਿ ਮੇਰੀ ਕੋਈ ਖਿੱਲੀ ਉਡਾਈ ਜਾਏ, ਥਾਂ ਥਾਂ ਤੇ ਮੇਰਾ ਮਜ਼ਾਕ ਉਡਾਇਆ ਜਾਏ, ਬੰਦਾ ਨਹੀਂ ਚਾਹੁੰਦਾ। ਪਰ ਉਸਦੇ ਉਲਟ ਇੱਕ ਇੱਛਾ ਜ਼ਰੂਰ ਹੈ, ਸਾਨੂੰ ਮਾਣ ਮਿਲੇ, ਸਾਨੂੰ ਵਡਿਆਈ ਮਿਲੇ। ਸੰਸਾਰ ਪੱਧਰ ਤੇ ਲੋਕ ਮਾਣ ਕਰਦੇ ਵੀ ਹਨ, ਪਰ ਇੱਕ ਗੱਲ ਯਾਦ ਰੱਖਣਾ ਕਿ ਸੰਸਾਰੀਆਂ ਦਾ ਦਿੱਤਾ ਹੋਇਆ ਮਾਣ ਇਹ ਛੋਟਾ ਹੈ, ਖਿਲ ਭੰਗਰ ਦਾ ਹੈ। ਜਿਹੜੇ ਲੋਕ ਮਾਣ ਵਾਲੇ ਦੇਖੇ ਹਨ, ਰੱਬ ਦੇ ਘਰ ਵਿੱਚ ਉਹ ਬੇਪਤੇ ਹੋ ਕੇ ਜਾਂਦੇ ਹਨ, ਬੇਪਤੇ ਹੋ ਕੇ ਜਾਂਦੇ ਹਨ। ਜਿਨ੍ਹਾਂ ਦਾ ਕਿਸੇ ਨੇ ਮਾਣ ਨਹੀਂ ਕੀਤਾ, ਭਾਵ ਆਪਣੇ ਆਪ ਨੂੰ ਜਿਹੜੇ ਨਿਮਾਣੇ ਬਣ ਕੇ ਜ਼ਿੰਦਗੀ ਜਿਉਂਦੇ ਹਨ, ਉਹ ਰੱਬ ਦੇ ਘਰ ਵਿੱਚ ਮਾਣ ਪਾਉਂਦੇ ਹਨ। ਉਹਨਾਂ ਦਾ ਮਾਣ ਰੱਬ ਹੈ, ਉਹਨਾਂ ਨੂੰ ਰੱਬ ਨਾਲ ਮੁਹੱਬਤ ਹੈ। ਨਿਮਾਣੇ ਬਣ ਕੇ ਮਾਣ ਮਿਲਦਾ। ਕੋਈ ਮੇਰਾ ਕੋਈ ਮਾਣ ਕਰਨ ਵਾਲਾ ਨਹੀਂ। ਇਹ ਮਾਲਕਾ ਅਸਲ ਵਿੱਚ ਤੁਸੀਂ ਨਿਮਾਣਿਆਂ ਦੇ ਮਾਣ ਹੋ। ਤੇਰੇ ਕਵਨ ਕਵਨ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਪੜ੍ਹ ਕੇ ਦੇਖੋ, ਕੋਈ ਤਾਰਨ ਨਹੀਂ। ਮਾਂ ਬਾਪ ਚਲਾਣਾ ਕਰਕੇ ਲਾਹੌਰ ਦੀਆਂ ਗਲੀਆਂ 'ਚ ਰੁਲਣ ਵਾਲਾ ਯਤੀਮ ਬੱਚਾ, ਘੁੰਗੜੀਆਂ ਵੇਚਦਾ, ਲੋਕੀ ਮਜ਼ਾਕ ਉਡਾਉਂਦੇ। ਸ਼ਰੀਕਾਂ ਨੇ ਵੀ ਕਹਿ ਦਿੱਤਾ ਤੂੰ ਸਾਡੇ ਤੇ ਬੋਝ ਹੈ। ਨਾਨੀ ਵਿਚਾਰੀ ਗਰੀਬੜੀ ਚੁੱਕ ਕੇ ਬਾਸਰ ਕੇ ਲੈ ਆਈ। ਪਰ ਰਹਿਮਤਾਂ ਜਦੋਂ ਮਿਲਦੀਆਂ ਹਨ, ਨਿਮਾਣਾ ਬਣ ਕੇ ਜਦੋਂ ਰਹਿਮਤਾਂ ਮਿਲਦੀਆਂ ਹਨ, ਗੁਰੂ ਦੇ ਘਰ ਦੀਆਂ ਕਮਾਲ ਹੈ।
ਜਿਸ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਨ ਲੱਗੇ ਹਾਂ, ਕਦੀ ਆਪਣੇ ਆਪ ਨੂੰ ਗੁਰੂ ਰਾਮਦਾਸ ਵਰਗਾ ਉਸ ਪੋਜੀਸ਼ਨ ਤੇ ਲੈ ਕੇ ਜਾ। ਤੂੰ ਭਾਈ ਜੇਠਾ ਬਣ ਕੇ ਦੇਖ, ਆਪਣੀ ਜ਼ਿੰਦਗੀ ਨੂੰ ਉੱਥੇ ਸੋਚ, ਕਿਹੜੀਆਂ ਬੜਾਈਆਂ ਕਰੀਏ ਤੇਰੇ ਮਾਲਕਾ, ਤੂੰ ਤਾਂ ਸਾਹਿਬ ਗੁਣੀ ਨਿਧਾਨਾ ਹੈ, ਗੁਣਾ ਦਾ ਖਜ਼ਾਨਾ ਹੈ। ਤੇਰੀ ਤੁਮਰੀ ਮਹਿਮਾ ਵਰ ਨਾ ਸਕੂੰ। ਮੈਂ ਕੀ ਕੀਤਾ? ਜੋ ਕੁਝ ਕੀਤਾ ਤੂੰ ਕਰਾਇਆ। ਤੂੰ ਠਾकुर ਵਿੱਚ ਭਗਵਾਨਾ ਹੈ। ਮੈਂ ਹਰ ਹਰ ਨਾਮ ਧਰ ਸੋਈ, ਜੋ ਭਾਵੇ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਵਾਹਿਗੁਰੂ, ਮੇਰੀ ਤਾਂ ਕੋਈ ਧਿਰ, ਕੋਈ ਓਟ, ਕੋਈ ਹੈ ਹੀ ਨਹੀਂ। ਮੇਰਾ ਆਸਰਾ ਤਾਂ ਕੇਵਲ ਤੇਰਾ ਨਾਮ ਹੈ, ਤੂੰ ਹੈ। ਇਸ ਤਰ੍ਹਾਂ ਦੀ ਬਣ ਕੇ ਅਰਦਾਸ ਕਰਨੀ ਪਏਗੀ ਤੇ ਕਹਿਣਾ ਪਏਗਾ, ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੇਰੀ ਓਟ ਵੀ ਤੂੰ ਹੈ, ਨਿਤਾਣੇ ਦਾ ਤਾਮ ਵੀ ਤੂੰ ਹੈ, ਮੇਰੇ ਦੀਵਾਨੇ ਦਾ ਦੀਵਾਨ ਵੀ ਤੂੰ ਹੈ, ਮੇਰਾ ਆਸਰਾ ਵੀ ਤੂੰ ਹੈ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬਿਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਇੰਨਾ ਭਰੋਸਾ, ਇੰਨੀ ਨਿਮਰਤਾ, ਇੰਨਾ ਪਿਆਰ, ਇੰਨਾ ਯਕੀਨ। ਮਾਨ ਛੱਡ ਕੇ ਕਰ। ਇਹ ਨਿਮਰਤਾ ਦੀ ਗੱਲ ਤਾਂ ਸਾਨੂੰ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਵਿੱਚ ਵੀ ਦੱਸੀ। ਕਮਾਲ ਦੀ ਨਿਮਰਤਾ ਦੀ ਗੱਲ ਹੈ। ਸਿੱਖ ਦੇ ਵਿੱਚ ਨਿਮਰਤਾ ਕਿਹੋ ਜਿਹੀ ਹੁੰਦੀ ਹੈ? ਕਮਾਲ ਦੀ। ਜਿਹੜੇ ਕਹਿੰਦੇ ਨੇ ਭਾਈ ਜੀ ਕਹਿੰਦੇ, ਦੇਖੋ ਨਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ। ਅਗਨ ਜਲਾਏ ਫੁਨ ਪੀਸਣ ਪਸਾਇਤਾ ਹੈ, ਅਗਨ ਜਲਾਏ ਫੁਨ ਪੀਸਣ ਪਸਾਇਤਾ ਹੈ। ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ, ਜਤ ਕਤ ਸਿੱਖ ਪਗ ਧਰੇ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਤਹ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਿਆ ਕੇ ਦਿਆਲ ਮੋहे ਪਤਤ ਉਦਾਰੀਏ। ਇਸ ਅਵਸਥਾ ਤੇ ਆ, ਇਸ ਗਲਤੀ ਕਰ, ਫਿਰ ਤੇ ਕੱਲ ਜ਼ਿੰਦਗੀ ਦੀ ਕਹਾਣੀ ਬਦਲੇਗੀ। ਇਹ ਸ਼ਬਦ ਜਿਹੜੇ ਛੋਟੇ ਸ਼ਬਦ ਨਹੀਂ ਹਨ, ਨਿਮਾਣਿਆਂ ਦੇ ਮਾਨ, ਐਵੇਂ ਅਸੀਂ ਕਾਲੀ ਕਾਲੀ ਤਰ੍ਹਾਂ ਦੇ ਨਿਮਾਣੇ ਮਾਨ, ਨਿਤਾਣੇ ਦਾ ਨੋਟਿਆਂ ਦੇ। ਇੱਕ ਇੱਕ ਸ਼ਬਦ ਦੇ ਵਿੱਚ ਜ਼ਿੰਦਗੀ ਜੀਣ ਦਾ ਰਾਜ ਦੱਸਿਆ ਗਿਆ ਹੈ। ਦਿਉਟੇ ਦੀ ਓਟ ਤੂੰ ਹੈ, ਨਿਤਾਣੇ ਦਾ ਤਾਮ ਤੂੰ ਹੈ। ਮੈਂ ਤੇਰੇ ਤੇ ਇੰਨਾ ਭਰੋਸਾ ਰੱਖ ਕੇ ਆਇਆ ਹਾਂ, ਇੰਨਾ ਯਕੀਨ ਜਾ ਕੇ ਰੱਖ ਕੇ ਆਇਆ ਹਾਂ। ਮੇਰਾ ਕੋਈ ਮਾਨ ਨਹੀਂ, ਬਸ ਤੇਰੇ ਕੋਲ ਆਇਆ ਹਾਂ, ਤੂੰ ਮੇਰੇ ਤੇ ਰਹਿਮਤ ਦਾ ਹੱਥ ਰੱਖ। ਤੇਰੇ ਵਰਗੀ ਤਾਕਤ ਕਿਸੇ ਕੋਲ ਨਹੀਂ। ਤੂੰ ਸਾਰਾ ਕੁਝ ਬਣਾਇਆ ਹੈ, ਸਭ ਕੁਝ ਪੈਦਾ ਕੀਤਾ ਹੈ, ਤੇਰੇ ਵਰਗੀ ਸ਼ਕਤੀ ਕਿਸੇ ਕੋਲ ਨਹੀਂ। ਜਿਨ੍ਹਾਂ ਨਿਮਾਣਿਆਂ ਨੂੰ ਕੋਈ ਜਾਣਦਾ ਨਹੀਂ, ਤੂੰ ਉਹਨਾਂ ਨੂੰ ਮਾਨ ਦਿਵਾਉਂਦਾ ਹੈ। ਮਾਨ ਨਿਮਾਣੇ ਤੂੰ ਧਨੀ ਤੇਰਾ ਪ੍ਰਵਾਸਾ, ਬਿਨ ਸਾਚੇ ਅਨਟੇਕ ਹੈ ਜੋ ਜਾਣੋ ਕਾਚਾ। ਮੈਨੂੰ ਤੇਰੇ ਤੇ ਮਾਨ ਹੈ, ਤੇਰਾ ਹੈ। ਤੂੰ ਮਾਲਕ ਤੋਂ ਬਿਨਾਂ ਕਿਸੇ ਹੋਰ ਤੇ ਮਾਨ ਕਰਦਾ ਹੈ, ਅਸਲ ਚ ਬੰਦਾ ਕੱਚਾ ਹੈ। ਜੇ ਭੁੱਲੀ ਜੇ ਚੁੱਕੀ ਸਾਈਂ, ਭੀਤ ਹਿੰਜੀ ਕਾਢੀਆਂ, ਜਿਨ੍ਹਾਂ ਨੇ ਦੁਜਾਰੇ ਲੱਗਾ ਝੂਰ ਭਰੋਸੇ ਵਾਢੀਆਂ। ਹੋ ਨਾ ਛੋਡੂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਦਾ ਆਸਰਾ। ਸੱਜਣ ਤੂੰ ਹੈ, ਸਹਿਣ ਤੂੰ ਹੈ, ਤੁਝ ਉੱਪਰ ਉਹ ਬਾਣੀਆਂ। ਮਾਨ ਕਰ ਉਹਦੇ ਉੱਤੇ। ਨਿਮਾਣਿਆਂ ਦਾ ਮਾਨ ਇੱਥੇ ਕਹਿ, ਸੱਜਣ ਤੂੰ ਹੈ, ਸਹਿਣ ਤੂੰ ਹੈ, ਮੈਂ ਤੁਝ ਉੱਪਰ ਉਹ ਮਾਣੀਆਂ। ਮੈਨੂੰ ਤੇਰੇ ਤੇ ਮਾਣ ਹੈ। ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆਂ। ਗੁਰੂ ਪਾਤਸ਼ਾਹ ਨੇ ਸੂਹੀ ਰਾਗ ਦਾ ਸ਼ਬਦ ਲਿਖਿਆ ਵੀ ਜੇ ਤੂੰ ਅੰਦਰ ਹੈ ਤਾਂ ਸੁਖ ਹੈ। ਤੂੰ ਤਾਂ ਨਿਮਾਣਿਆਂ ਦਾ ਮਾਣ ਹੈ। ਇਹ ਜਿਹੜਾ ਸ਼ਬਦ ਨਿਮਾਣਿਆਂ ਦਾ ਮਾਣ ਹੈ, ਬਹੁਤ ਹੀ ਡੂੰਘਾ ਸ਼ਬਦ ਹੈ। ਵਾਹਿਗੁਰੂ ਜਦੋਂ ਤੂੰ ਨਿਮਾਣਿਆਂ ਦਾ ਮਾਣ ਜਾਂਦਾ ਹੈ, ਬਣ ਜਾਂਦਾ ਹੈ, ਜਦੋਂ ਤੂੰ ਕਿਸੇ ਨੂੰ ਮਾਣ ਦਿੰਦਾ ਹੈ, ਲੋਕਾਂ ਕੋਲੋਂ ਨਹੀਂ ਪੁੱਛ ਕੇ ਦਿੰਦਾ ਵੀ ਮਾਣ ਕਿਹਨੂੰ ਦਿਆਂ, ਬਸ ਤੂੰ ਬਖਸ਼ਿਸ਼ ਕਰਨ ਵਾਲਾ ਹੈ, ਤੂੰ ਬਖਸ਼ੰਦ ਹੈ। ਬਸ ਗੁਰੂ ਅੱਗੇ ਨਿਮਾਣਾ ਬਣ ਕੇ ਮੰਗਣਾ ਸਿੱਖ ਲੈ। ਸਿੱਖਾ ਮਾਣ ਗੁਰੂ ਕੋਲੋਂ ਮੰਗ। ਜਦੋਂ ਅਸੀਂ ਭਗਤ ਰਵਿਦਾਸ ਜੀ ਦੇ ਸ਼ਬਦ ਪੜ੍ਹਦੇ ਹਾਂ ਨਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ। ਇਦੋਂ ਵੱਡਾ ਮਾਣ ਹੋਰ ਕੀ ਹੈ? ਇਦੋਂ ਬੜੀ ਵਡਿਆਈ ਹੋਰ ਕੀ ਹੈ? ਇਤਿਹਾਸ ਦੇ ਬੋਲਾਂ ਚ ਵੀ ਜਦੋਂ ਸਾਖੀਆਂ ਆਉਂਦੀਆਂ ਨੇ ਭਾਈ ਰੂਪੇ ਦੀਆਂ, ਦੂਜੀਆਂ ਤੀਜੀਆਂ, ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਬੜਾ ਕੁਝ ਸਿੱਖਦੇ ਹਾਂ।
ਮਾਨ ਦੀ ਗੱਲ ਜਦੋਂ ਕਰਦੇ ਆ, ਇੱਥੇ ਗੱਲ ਬੜੀ ਸਪਸ਼ਟ ਹੈ ਕਿ ਮਾਲਕਾ ਤੂੰ ਨਵਾਜ਼ਦਾ ਹੈ, ਸਾਡਾ ਇੱਥੇ ਕੋਈ ਮਾਨ ਨਹੀਂ, ਤੂੰ ਮਾਨ ਨਿਮਾਣਿਆਂ ਨੂੰ ਮਾਨ ਬਖਸ਼ਦਾ ਹੈ। ਪਹਿਲਾਂ ਇਹ ਭਰੋਸਾ ਬਣਾਈਏ ਵੀ ਤੂੰ ਨਿਮਾਣਿਆਂ ਨੂੰ ਮਾਨ ਬਖਸ਼ਦਾ ਹੈ। ਇਸ ਵਾਸਤੇ ਅਸੀਂ ਸ਼ਬਦ ਵਰਤਦੇ ਹਾਂ ਨਿਮਾਣਿਆਂ ਦੇ ਮਾਨ। ਫਿਰ ਜਦੋਂ ਉਹਦੀ ਟੇਕ ਉਹਦੀ ਵੀ ਬਣਾਉਣੀ ਹੈ, ਮੈਂ ਹਰ ਵੀ ਟੇਕ ਧਰ ਅਵਰ ਨਾ ਖਾਈ, ਵੀ ਮਾਲਕਾ ਮੇਰਾ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ, ਹੁਣ ਕਿੱਥੇ ਜਾਵਾਂ, ਤੂੰ ਭਾਈ ਲੈਣੇ ਵਾਂਗੂ ਬਣ। ਜਦੋਂ ਗੁਰੂ ਨਾਨਕ ਨੇ ਕਿਹਾ ਲੈਣਿਆ ਸਾਰੇ ਹੀ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਅੱਗੋਂ ਜਵਾਬ ਸੀ, ਪਾਤਸ਼ਾਹ ਉਹਨਾਂ ਦਾ ਕੋਈ ਹੋਰ ਟਿਕਾਣਾ ਹੋਏਗਾ, ਉਹ ਚਲੇ ਗਏ, ਮੇਰਾ ਤਾਂ ਤੇਰੇ ਤੋਂ ਬਿਨਾਂ ਹੋਰ ਟਿਕਾਣਾ ਹੀ ਨਹੀਂ, ਮੈਂ ਕਿੱਥੇ ਜਾਵਾਂ, ਮੈਂ ਕਿੱਥੇ ਜਾਵਾਂ। ਜਿੰਨਾ ਮਾਨ ਗੁਰੂ ਪਾਤਸ਼ਾਹ ਦਿੰਦੇ ਹਨ ਉਹ ਨਿਮਾਣੇ ਨੂੰ ਦਿੰਦੇ ਹਨ, ਝੋਲੀ ਵੱਢ ਨਿਮਾਣਾ ਬਣ ਕੇ, ਅੰਦਰ ਕਿਤੇ ਅੰਸ਼ ਭਰ ਵੀ ਮਾਨ ਦਾ ਨਾ ਹੋਵੇ। ਤੋ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ, ਜਿਹੜੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਹਮੇਸ਼ਾ ਫਲ ਝੁਕ ਕੇ ਲੱਗਦੇ ਨੇ। ਝੁਕਣਾ ਸਿੱਖੀਏ, ਨੀਵਾਂ ਹੋਣਾ ਸਿੱਖੀਏ, ਨਿਮਾਣੇ ਬਣਨਾ ਸਿੱਖੀਏ। ਮਾਨ ਹੁੰਦੇ ਹੋਏ ਨਿਮਾਣਾ, ਤਾਨ ਹੁੰਦੇ ਹੋਏ ਨਿਤਾਣਾ ਦੀ ਗੱਲ ਦੇ ਉੱਤੇ ਜਾ ਕੇ ਤੁਰੀਏ ਤੇ ਅਰਦਾਸ ਇਸ ਭਾਵਨਾ ਨਾਲ ਕਰੀਏ, ਇਸ ਭਾਵਨਾ ਨਾਲ ਅਰਦਾਸ ਕਰੀਏ, ਇਹ ਭਾਵਨਾ ਸਾਡੇ ਅੰਦਰ ਬਣੇ। ਫਿਰ ਸਾਡੀ ਅਰਦਾਸ ਦੇ ਵਿੱਚ ਸ਼ਬਦਾਵਲੀ ਦੇ ਵਿੱਚ ਉਹ ਜਿਹੜੇ ਲਿਖੇ ਹੋਏ ਸ਼ਬਦ ਹਨ ਉਹਨਾਂ ਦੀ ਅਸਲ ਗੱਲ ਸਾਨੂੰ ਸਮਝ ਆਏਗੀ। ਮਾਲਕਾ ਜਿਹਨੂੰ ਤੂੰ ਤਾਨ ਦੇ ਦੇਵੇਂ, ਉਹਦਾ ਤਾਂ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਹਨੂੰ ਤੂੰ ਤਾਨ ਬਖਸ਼ਵੇਂ, ਤਾਕਤ ਤੂੰ ਬਖਸ਼ ਦੇਵੇਂ, ਉਹਦਾ ਵਾਲ ਵਿੰਗਾ ਕੌਣ ਕਰ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਭਲਿਆ ਤਾਕਤ ਦਾ ਮਾਨ ਨਾ ਕਰੀ, ਤੈਨੂੰ ਕਿਸੇ ਵੀ ਬੰਦੇ ਨੇ ਨਹੀਂ ਮਾਰਨਾ। ਮਾਰਨਾ ਕਿਹਨੇ ਹੈ? ਜਦੋਂ ਪਰਮਾਤਮਾ ਨੇ ਹੁਕਮ ਕਰ ਦਿੱਤਾ। ਆਪਣੀ ਤਾਕਤ ਤੇ ਮਾਨ ਨਾ ਕਰ, ਤੂੰ ਭੁਲੇਖੇ ਵਿੱਚ ਨਾ ਰਹਿ, ਤੂੰ ਤਾਨ ਮੰਗ ਆਪਣੇ ਗੁਰੂ ਕੋਲੋਂ। ਤੇ ਗੁਰੂ ਅੱਗੇ ਕਹਿ, ਤੂੰ ਮੁਰ ਮੇਰ ਪਰਬਤ ਸੁਆਮੀ, ਓੜ ਗਈ ਮੈਂ ਤੇਰੀ, ਨਾ ਤੁਮ ਡੁੱਲੋ ਨਾ ਹਮ ਗਿਰਦੇ, ਰੱਖ ਲੀਨੀ ਹਰ ਮੇਰੀ। ਬੜਾ ਪਵਿੱਤਰ ਸ਼ਬਦ ਹੈ। ਨਿਮਾਣਿਆਂ ਦੇ ਮਾਨ, ਨਿਤਾਣੇ ਦੇ ਤਾਨ, ਛੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਇਹ ਇੱਕ ਸੱਚੇ ਪਿਤਾ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰ ਰਹੇ ਹਾਂ, ਉਹਨੂੰ ਸੱਚਾ ਪਿਤਾ ਕਹਿੰਦੇ ਆ। ਦੁਨੀਆ ਵਿੱਚ ਹੋਰ ਕੋਈ ਸੱਚਾ ਹੈ ਹੀ ਨਹੀਂ, ਕੇਵਲ ਇੱਕ ਵਾਹਿਗੁਰੂ ਤੋਂ ਬਿਨਾਂ। ਕੋਈ ਜਾਣੇ ਕਵਨ ਹੀ ਹੈ ਜਗ ਮੀਤ, ਕੌਣ ਜਾਣਦਾ ਹੈ? ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੇ, ਹਾਕੇ ਨਿਰਮਲ। ਜਦੋਂ ਸਮਝ ਆ ਗਈ ਵੀ ਤੂੰ ਹੀ ਸੱਚਾ ਪਿਤਾ ਹੈ, ਤੂੰ ਹੀ ਮੇਰੀ ਧਰ ਹੈ, ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰਾ ਮਾਲਕ ਹੈ, ਤੇ ਜਿਹਦਾ ਮਾਲਕ ਮੇਰਾ ਵਾਹਿਗੁਰੂ ਬਣ ਜਾਂਦਾ ਹੈ, ਉਸ ਪਿਤਾ ਦੀ ਖੂਬੀ ਦੇਖੋ। ਫਿਰ ਉਹ ਪਿਤਾ ਕਿਹੋ ਜਿਹਾ ਹੈ? ਅਸੀਂ ਬੇਅੰਤ ਭੁੱਲਾ ਕਰਦੇ ਹਾਂ, ਪਰ ਉਹ ਪਿਤਾ ਗਲੇ ਨਾਲ ਫਿਰ ਲਾ ਲੈਂਦਾ ਹੈ, ਬਖਸ਼ ਦਿੰਦਾ ਹੈ। ਉਹ ਸੱਚਾ ਪਿਤਾ ਹੈ, ਕਿਉਂਕਿ ਸਾਡੇ ਮਰਨ ਤੋਂ ਬਾਅਦ ਵੀ ਸਾਡੇ ਤੇ ਰਹਿਮਤ ਬਣਾਈ ਰੱਖਦਾ ਹੈ। ਉਹ ਸਾਡਾ ਸੱਚਾ ਪਿਤਾ ਹੈ। ਤੇ ਜਿਹੜਾ ਉਸ ਨੂੰ ਸੱਚਾ ਪਿਤਾ ਮੰਨ ਲਵੇ, ਸਤਿਗੁਰੂ ਕਹਿੰਦੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਕ ਭੂਖ ਕੈਸੀ। ਨਵ ਨਿਦ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਂਛੇ ਸੋ ਲੈਸੀ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੇ ਸੋ ਦੇਣਾ। ਨਾਨਕ ਬਾਰਕ ਦਰਸ ਪ੍ਰਭ ਚਾਹੇ, ਮੋਹਿ ਹਿਰਦੇ ਬਸੇ ਨਿਤ ਚਰਨਾ। ਮੋਹ ਪਿਤਾ ਬਣਾ ਉਹਨੂੰ। ਸੱਚੇ ਪਿਤਾ ਕਹਿਣ ਦਾ ਕਿ ਲਫ਼ਜ਼ੀ ਨਾ ਗੱਲ ਕਰ, ਇਹ ਕਹਿ ਹਰਜੀ ਪਿਤਾ, ਹਰਜੀ ਮਾਤਾ, ਹਰਜੀ ਪ੍ਰਤਪਾਲਕ, ਹਰਜੀ ਮੇਰੀ ਸਾਰ करे, हम हर के बारक। क्यों कह, जे बालक कोलों गलती भी हो जाए, पिता ਉਹਦਾ ਗੁੱਸਾ ਨਹੀਂ ਕਰਦਾ। ਉਹ ਸੱਚਾ ਪਿਤਾ ਬਣਾ ਉਸ ਨੂੰ। ਜੇ ਅਸੀਂ ਉਹ ਸੱਚੇ ਬਾਪ ਕੋਲੋਂ ਮੰਗੀਏ ਤਾਂ ਦੁਨਿਆਵੀ ਪਿਤਾ ਜੇ ਬੂਹੇ ਬੰਦ ਵੀ ਕਰ ਲਵੇ ਤਾਂ ਕੋਈ ਫਰਕ ਨਹੀਂ ਪੈਣ ਲੱਗੇ। ਅਰਬਾਂ ਲੋਕ ਸਵੇਰੇ ਉਹਦੇ ਕੋਲ ਮੰਗਦੇ ਨੇ, ਪਤਾ ਨਹੀਂ ਕਿੰਨਿਆਂ ਨੂੰ ਦੇਈ ਜਾਂਦਾ ਹੈ।
कदी तू अपने दरवाजे बंद नहीं कीते मालका, कदी तेरा दर बंद नहीं हुंदा, क्योंकि तेरियां दातां अमुक हन। सच्चे पिता वाहिगुरू तां असीं लफ्ज वरतदे हां कि वो सच्चा सदा कायम रहने वाला है। निमाणे बन के निमाणियां दे पहला निमाणे बणीए, नताणे बणीए, नियोटिया बणीए, फिर ओदी ओट होएगी। कि अपना मान अपना हंकार ਇਹਦੇ ਚ ਗੱਲ ਨਹੀਂ ਬਣ ਸਕਦੀ। ਨਿਮਾਣਿਆਂ ਦੇ ਮਾਨ, ਨਿਤਾਣੇ ਦੇ ਦਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅੱਗੇ ਅਰਦਾਸ ਕੀਤੀ ਜਾਂਦੀ ਹੈ। ਆਪ ਜੀ ਦੇ ਹਜ਼ੂਰ ਜਿਹੜੇ ਕੰਮ ਲਈ ਅਸੀਂ ਇਕੱਠੇ ਹੋਏ ਹਾਂ, ਜਿਸ ਕਾਰਜ ਲਈ ਜਾਂ ਜਿਸ ਬਾਣੀ ਦਾ ਪਾਠ ਕੀਤਾ ਗਿਆ ਹੋਵੇ ਉਹਦੇ ਲਈ ਅਰਦਾਸ ਕਰਦੇ। ਅੱਗੋਂ ਸਰਬੱਤ ਦੇ ਕਾਰਜ ਰਾਸ ਕਰਨ ਦੀ ਅਸੀਂ ਗੱਲ ਕਰਦੇ ਹਾਂ। ਪਹਿਲਾ ਸ਼ਬਦ ਵਰਤ ਲਏ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਦਾਨ, ਫਿਰ ਅੱਗੇ ਅਰਦਾਸ ਦੇ ਸ਼ਬਦ ਹਨ ਅੱਖਰਵਾਦਾ ਘਾਟਾ, ਫਿਰ ਨਾਨਕ ਨਾਮ ਚੜ੍ਹਦੀ ਕਲਾ, ਫਿਰ ਸਰਬੱਤ ਦੇ ਕਾਰਜ ਰਾਸ ਕਰਨੇ ਆ। ਇਸ ਤੋਂ ਅਗਲੀ ਪੰਕਤੀ 'ਚ ਅਸੀਂ ਇਹ ਗੱਲ ਕਰਦੇ ਹਾਂ, ਜਦੋਂ ਸਰਬੱਤ ਦੇ ਕਾਰਜ ਦਾ ਲਫ਼ਜ਼ ਆਉਂਦਾ ਹੈ ਤਾਂ ਸੰਗਤ ਭਾਵੇਂ ਜਿੰਨੀ ਮਰਜ਼ੀ ਬੈਠੀ ਹੋਵੇ, ਸ਼ਬਦਾਵਲੀ ਸਾਰਿਆਂ ਦੀ ਇੱਕੋ ਹੈ, ਕਾਰਜ ਸਾਰਿਆਂ ਦੇ ਇੱਕੋ ਜਿਹੇ ਨਹੀਂ ਹਨ। ਖਿਆਲ ਕਰਨਾ, ਸ਼ਬਦ ਇੱਕੋ ਹੀ ਨੇ ਪਰ ਸਾਰਿਆਂ ਦੇ ਕਾਰਜ ਇੱਕੋ ਜਿਹੇ ਨਹੀਂ। ਕਾਰਜ ਹਰ ਬੰਦੇ ਦੇ ਜੀਵਨ ਦੇ ਉੱਤੇ ਨਿਰਭਰ ਕਰਦਾ ਹੈ, ਉਹ ਕਿਸ ਕਾਰਜ ਲਈ ਅਰਦਾਸ ਪਿਆ ਕਰਦਾ। ਦੁਨੀਆ ਦੇ ਪਦਾਰਥ, ਕਾਰਜ ਤਨ ਦੀ ਰੋਗਤਾ ਦਾ, ਕਾਰਜ ਬੱਚੇ ਦੀ ਦਾਤ ਮੰਗਣ ਦਾ, ਕਾਰਜ ਔਗਣਾਂ ਤੋਂ ਛੁਟਕਾਰਾ ਪਾਉਣ ਦਾ, ਕਾਰਜ ਹੈ ਵਿਕਾਰਾਂ ਤੋਂ ਬਚ ਜਾਈਏ, ਕਾਰਜ ਹੈ, ਪਰ ਅਸਲੀ ਕਾਰਜ ਕਿਹੜਾ ਹੈ? ਸਰਬੱਤ ਦੇ ਕਾਰਜ ਕਿਹੜੇ ਕਾਰਜ ਦੀ ਗੱਲ ਕੀਤੀ ਗਈ? ਇਹ ਤਾਂ ਕਾਰਜ ਵੱਖਰੇ ਵੱਖਰੇ ਹੋ ਗਏ, ਪਰ ਜਿਹੜੀ ਗੱਲ ਕੀਤੀ ਗਈ ਉਹ ਕਾਰਜ ਸੀ ਨਾਮ ਦੀ ਦਾਤ ਮਿਲੀ। ਕਾਰਜ ਹੈ ਦਰਸ਼ਨ ਪਿਆਸ ਪੈਦਾ ਹੋ ਜਾਏ, ਉਹ ਕਾਰਜ ਹੈ ਪਿਆਰੇ ਦੇ ਨਾਲ ਮਿਲਾਪ ਹੋ ਜਾਏ। ਤੇ ਜੇ ਸਾਈਂ ਦੀ ਮਾਰਗ ਦੀ ਕਿਤੇ ਦਾਤ ਮਿਲ ਗਈ ਫਿਰ ਸਾਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਕਿਉਂਕਿ ਕਾਰਜ ਵੱਖਰੇ ਵੱਖਰੇ ਹਨ, ਹਰ ਇੱਕ ਦਾ ਵੱਖਰਾ ਵੱਖਰਾ ਕਾਰਜ ਹੈ। ਅਰਦਾਸ ਦੇ ਸੱਜਣ ਲਿਖਣ ਵਾਲੇ ਸ਼ਬਦਾਂ ਨੇ, ਸੱਜਣਾ ਨੇ ਕਿਆ ਕਮਾਲ ਦੇ ਲਫ਼ਜ਼ ਵਰਤੇ, ਸਰਬੱਤ ਦੇ ਕਾਰਜ ਰਾਸ ਕਰਦੇ। ਇਹਦਾ ਮਤਲਬ ਕਿ ਇਹਦੇ ਚ ਕੋਈ ਖਾਸ ਗੱਲਬਾਤ ਹੈ? ਕਾਰਜ ਤਾਂ ਸਾਰਿਆਂ ਦਾ ਅਲੱਗ ਹੈ, ਫਿਰ ਸਰਬੱਤ ਦੇ ਕਾਰਜ ਲਫ਼ਜ਼ ਕਿੱਦਾਂ ਹੋ ਗਿਆ? तो गुरु साहब जी की बाणी, गुरु ग्रंथ साहब जी की बाणी ने हर प्राणी मात्र लिए उपदेश दृढ़ करा दिता भी जदों भी किसी चीज की जरूरत होवे, कोई भी वस्तु चाहिए होवे, तेरा बल तेरी ताकत तेरी सियानत काम ना करती होवे, मालिक के चरणों च अरदास करी, मालिक तेरी लोड़ नूं पूरा करेगा। सब को तेरा तू सब सदा तू सबना रास, सब तुदे पासों मंगदे नित कर अरदास। अरदास तां करके देख, प्रभु सारियां दा है, सारे तेरे हन, सारी लुकाई तेरे चरणों च अरदास करती है। मंगण का तरीका हुंदा है, पर बेनती है आकड़ के नहीं मिलता। एक मंगना हुंदा है आकड़ के, दूजा है अरदास विच झुक के। जिहड़े शब्द हन अरदास विच झुक के मंगण दे हन, निमरता विच आके मंगण दे हन। आकड़ के मंगण वालियां दे पल्ले कुछ नहीं पैंदा। ਜਿਹੜੇ ਆਪਣੇ ਆਪ ਨੂੰ ਝੁਕਾਉਂਦੇ ਹਨ ਉਹ ਝੋਲੀਆਂ ਭਰ ਕੇ ਲੈ ਜਾਂਦੇ, ਜਿਹੜੇ ਆਪਣੇ ਆਪ ਨੂੰ ਝੁਕਾਉਂਦੇ ਹਨ। ਕਿਉਂ? ਕਿਉਂਕਿ ਸੁੱਖਾਂ ਦਾ ਦਾਤਾ ਹੈ, ਸੁਖ ਦਾਤਾ ਪੈ ਪੰਜਣੋ, ਤਿਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ। ਉਹ ਸੁਖ ਦਾਤਾ ਹੈ, ਸੁੱਖਾਂ ਦੇ ਦਾਜੇ, ਸੁੱਖ ਦੀ ਲੋੜ ਹੈ ਤਾਂ ਵੀ ਉਹਦੇ ਅੱਗੇ ਅਰਦਾਸ ਕਰ। ਅਰਦਾਸ ਦੇ ਕੇਵਲ ਸ਼ਬਦਾਂ ਦੀ ਮੁਤਾਦ ਨਹੀਂ ਹੁੰਦੀ, ਅਰਦਾਸ ਸਾਡੇ ਅੰਦਰ ਦੀ ਇੱਕ ਬਲਬਲੇ ਹਨ। ਉਹ ਦੁੱਖ ਦੂਰ ਕਰਨ ਵਾਲਾ ਹੈ, ਡਰ ਦੂਰ ਕਰਨ ਵਾਲਾ ਹੈ, ਭੈ ਭੰਜਨ ਹੈ, ਉਹ ਸਾਰੇ ਕਾਰਜ ਰਾਸ ਕਰਨ ਵਾਲਾ ਹੈ। ਲੋਕੀ ਤਾਂ ਕੋਈ ਇੱਕ ਸਵਾਰ ਦੇਣਗੇ ਤਾਂ ਦੂਜਾ ਸਵਾਰ ਦੇਗਾ, ਪਰ ਉਹ ਤਾਂ ਸਾਰਿਆਂ ਨੂੰ ਦੇਣ ਵਾਲਾ ਹੈ।
ਅਸੀਂ ਖਲੋ ਕੇ ਜੇ ਕਹੀ ਜਾਵਾਂਗੇ ਮਾਲਕ ਦੇ ਦੇ, ਮਾਲਕ ਦੇ ਦੇ, ਮਾਲਕ ਦੇ ਦੇ, ਪਰ ਭਾਵਨਾ ਨਹੀਂ ਬਣੇਗੀ ਤਾਂ ਮਾਲਕ ਕੀ ਦੇਗਾ। ਸੱਚਮੁੱਚ ਨਿਮਾਣੇ ਨਹੀਂ ਬਣੇ, ਨਿਤਾਣੇ ਨਹੀਂ ਬਣੇ, ਨਿਉਟੇ ਨਹੀਂ ਬਣੇ, ਜਿਨ੍ਹਾਂ ਦੀ ਕੋਈ ਓਟ ਨਹੀਂ, ਬੇਆਸਰੇ ਨਹੀਂ ਹੋਏ, ਆਪਣੇ ਆਪ ਨੂੰ ਹੀ ਸਾਰਿਆਂ ਦਾ ਆਸਰਾ ਸਮਝ ਰਹੇ ਆ, ਤਾਂ ਫਿਰ ਮਾਲਕ ਕੀ ਦੇਗਾ। ਅੰਦਰ ਦੀ ਪੀੜਾ ਹੈ ਗੁਰਦਾਸ ਨੇ ਗੁਰੂ ਦੇ ਅੱਗੇ ਰੱਖਣੀ, ਅੰਦਰ ਦੀ ਦਰਦ ਹੈ, ਭਾਵਨਾ ਹੈ ਗੁਰੂ ਦੇ ਅੱਗੇ ਰੱਖਣੀ, ਪਰ ਹੋਈਏ ਨਿਮਾਣਾ ਬਣ ਕੇ। ਅੰਦਰ ਦੀ ਭਾਵਨਾ ਸੱਚੇ ਪਿਤਾ ਵਾਹਿਗੁਰੂ ਦੇ ਅੱਗੇ ਜਿਹੜੀ ਗੱਲ ਕੀਤੀ ਹੈ ਉਹਨੂੰ ਸੱਚਾ ਪਿਤਾ ਸਮਝ ਕੇ। ਆਮ ਤੌਰ ਤੇ ਕਈ ਵਾਰੀ ਅਸੀਂ ਗੱਲ ਕਹਿ ਦਿੰਦੇ ਆ, ਇੱਕ ਸਵਾਲ ਆਮ ਹੀ ਆਉਂਦਾ, ਮੈਂ ਉਹ ਵੀ ਜ਼ਿਕਰ ਕਰ ਹੀ ਲਵਾਂ ਕਿ ਗੁਰੂ ਕੋਲ ਦੁਨਿਆਵੀ ਪਦਾਰਥ ਨਹੀਂ ਮੰਗਣੇ। ਕਿਹਾ ਜਾਂਦਾ ਹੈ ਕਿ ਮੈਂ ਕਹਿੰਦਾ ਦੁਨਿਆਵੀ ਪਦਾਰਥ ਪਿਤਾ ਕੋਲੋਂ ਮੰਗ, ਜੇ ਪਿਤਾ ਕੋਲੋਂ ਮੰਗेंगे ਨਹੀਂ ਤਾਂ ਫਿਰ ਕਿਸੇ ਦੇ ਦਰ ਤੇ ਝੋਲੀ ਅਟਾਂਗਾ। ਕਈ ਵਾਰੀ ਗੱਲਾਂ ਆਮ ਕੀਤੀਆਂ ਜਾਂਦੀਆਂ ਨੇ, ਕਈ ਵਾਰੀ ਉਮਰ ਦੇ ਹਿਸਾਬ ਨਾਲ ਵੀ ਗੱਲ ਕਰਦੇ ਆ। ਇਹ ਗੱਲ ਠੀਕ ਹੈ ਕਿ ਜਿਹੜੀਆਂ ਮੰਗਾਂ ਬਚਪਨ ਚ ਹੁੰਦੀਆਂ ਨੇ ਉਹ ਜਵਾਨੀ ਚ ਨਹੀਂ ਹੁੰਦੀਆਂ, ਤੇ ਜਿਹੜੀਆਂ ਜਵਾਨੀ ਚ ਹੁੰਦੀਆਂ ਨੇ ਉਹ ਬੁਢਾਪੇ ਚ ਨਹੀਂ ਹੁੰਦੀਆਂ। ਇਹ ਗੱਲ ਠੀਕ ਹੈ, ਪਰ ਇੱਕ ਜਿਹੜੀ ਮੰਗ ਨਾਮ ਦੀ ਹੈ ਉਹ ਬਚਪਨ ਵਿੱਚ ਵੀ ਹੋ ਸਕਦੀ ਹੈ, ਜਵਾਨੀ ਵਿੱਚ ਵੀ ਹੋ ਸਕਦੀ ਹੈ, ਬੁਢਾਪੇ ਵਿੱਚ ਵੀ ਹੋ ਸਕਦੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਜਾਚ ਦੱਸ ਦਿੱਤੀ, ਸਾਰੀ ਗੱਲ ਦੱਸ ਦਿੱਤੀ, ਸਾਰੀ ਗੱਲ ਸਮਝਾ ਦਿੱਤੀ। ਗੁਰਬਾਣੀ ਨੇ ਸਾਨੂੰ ਬਹੁਤ ਕੁਝ ਦੱਸਿਆ, ਕਿਉਂਕਿ ਉਹਦੇ ਘਰ 'ਚ ਸਭ ਕੁਛ ਹੈ। ਮੰਗਣ ਦੀ ਗੱਲ ਵੀ ਕੀਤੀ, ਤੇਰੇ ਪਾਸੋਂ ਜੇ ਮੰਗਾ ਤੇ ਜਿਹੜੀ ਅਸੀਂ ਗੱਲ ਇੱਕ ਪੰਕਤੀ ਪੜ੍ਹਦੇ ਹਾਂ, ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਮਾਨ ਮੰਗੂ ਤਾਨ ਧਨ ਲక్ష్ਮੀ ਸੁਤ ਦੇ। ਇੱਥੇ ਦੇ ਦਾ ਅਰਥ ਕੀ ਹੈ? ਦੇਣਾ ਨਹੀਂ ਹੈ। ਜਿਸ ਦਿਨ ਤਨ ਨੂੰ ਰੋਗ ਲੱਗ ਜਾਏ ਉਸ ਦਿਨ ਮਿਹਰ ਕਰੀ। ਬਾਣੀ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ, ਬਹੁਤ ਕੁਝ ਬਿਆਨ ਕੀਤਾ ਗਿਆ ਹੈ। ਅਸੀਂ ਪਰਮਾਤਮਾ ਨੂੰ ਛੋਟਾ ਸਮਝ ਲਿਆ। ਪਰਮਾਤਮਾ ਕੋਲ ਸਭ ਕੁਝ ਹੈ, ਗੁਰੂ ਕੋਲ ਸਭ ਕੁਝ ਹੈ। ਜਿਸ ਗੁਰੂ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਹੈ, ਜਿਸ ਗੁਰੂ ਨੂੰ ਸਰਬੱਤ ਦੇ ਕਾਰਜਾਂ ਦੀ ਅਸੀਂ ਗੱਲ ਕਰਦੇ ਹਾਂ, ਸਰਬੱਤ ਦੇ ਕਾਰਜਾਂ 'ਚ ਹਰ ਗੱਲ ਆ ਜਾਂਦੀ ਹੈ। ਇਹ ਨਹੀਂ ਇਕੱਲਾ ਮੇਰੀ ਮੰਗ ਆਉਂਦੀ ਹੈ, ਤੁਹਾਡੀ ਮੰਗ ਆਉਂਦੀ, ਸਾਰਿਆਂ ਦੀ ਮੰਗ ਆ ਜਾਂਦੀ ਹੈ। ਤਾਂ ਹਰ ਚੀਜ਼ ਜਦੋਂ ਸਰਬੱਤ ਦੇ ਕਾਰਜ ਵਿੱਚ ਆਉਂਦੀ ਹੈ ਤਾਂ ਫਿਰ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਲੋਟਿਆਂ ਝੂਠ, ਹਾਜ਼ਰਾਂ ਹਜ਼ੂਰ। ਵਾਹਿਗੁਰੂ ਸੱਚੇ ਪਿਤਾ ਵਾਹਿਗੁਰੂ ਅੱਗੇ ਹੈ ਜਿਸ ਕਾਰਜ ਦੀ ਅਰਦਾਸ ਕੀਤੀ ਗਈ ਹੈ, ਉੱਥੇ ਕਹਿੰਦੇ ਆ ਸਰਬੱਤ ਦੇ ਕਾਰਜ ਰਾਸ ਕਰੇ। ਗੁਰੂ ਕੋਲੋਂ ਅਸੀਂ ਜਦੋਂ ਮੰਗਣਾ ਹੈ, ਉਹ ਨਿਮਾਣੇ ਬਣ ਕੇ, ਨਿਤਾਣੇ ਬਣ ਕੇ, ਉਸ ਪਿਆਰੇ ਦੇ ਪਿਆਰ ਵਿੱਚ ਭਿੱਜ ਕੇ ਜਦੋਂ ਅਰਦਾਸ ਦੇ ਲਫ਼ਜ਼ ਬੋਲਾਂਗੇ, ਫਿਰ ਦੇਖਣਾ ਸਾਡੀਆਂ ਮੰਗਾਂ ਵੀ ਬਦਲ ਜਾਣਗੀਆਂ। ਫਿਰ ਸਾਡੇ ਦੁਨਿਆਵੀ ਪਦਾਰਥਾਂ ਦੀ ਮੰਗ ਹੀ ਮੁੱਕ ਜਾਏਗੀ। ਫਿਰ ਤਾਂ ਇਹੀ ਕਹਾਂਗੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮਾਂਗੂ ਕਿ ਸਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਫਿਰ ਤਾਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ ਦੀ ਅਵਸਥਾ ਤੇ ਅਸੀਂ ਪਹੁੰਚ ਜਾਾਂਗੇ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਛ ਨਾ ਚਾਹੀ, ਫਿਰ ਤਾਂ ਇਸ ਅਵਸਥਾ ਤੇ ਪਹੁੰਚ ਜਾਾਂਗੇ। ਜਦੋਂ ਅਸੀਂ ਦਰਸ਼ਨਾਂ ਦੀ ਤਾਂਘ ਲੈ ਕੇ ਗੁਰੂ ਦਰਬਾਰ ਤੇ ਆ ਕੇ ਨਿਮਾਣੇ ਬਣ ਕੇ ਅਰਦਾਸ ਕਰਦੇ ਆ, ਤੇ ਮੇਰਾ ਸਾਈਂ, ਮੇਰਾ ਮਾਲਕ, ਮੇਰਾ ਪਿਤਾ ਟੁੱਟ ਕੇ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਦਾ ਹੈ। ਤੇ ਜਦੋਂ ਉਹਦੇ ਦਰਸ਼ਨ ਹੁੰਦੇ ਨੇ, ਅੰਦਰ ਸਹਿਜ ਸਬਰ, ਸੰਤੋਖ, ਸ਼ੁਕਰ ਵਾਲੀ ਬਿਰਤੀ ਬਣਦੀ ਹੈ। ਬਸ ਅਸੀਂ ਦਾਤਾਂ ਤਾਂ ਲੈ ਲੈਂਦੇ ਹਾਂ, ਰੱਬ ਦਾਤਾਂ ਦਿੰਦਾ ਹੈ, ਪਰ ਸ਼ੁਕਰ ਨਹੀਂ ਕਰਦੇ। ਸ਼ੁਕਰ ਕਰਨਾ ਵੀ ਸਿੱਖੀਏ, ਸ਼ੁਕਰ ਕਰਨ ਦੀ ਵੀ ਜਾਂਚ ਆ ਜਾਏ। ਉਹ ਲਾਮੇ ਦੇਣ ਦੀ ਜਾਂਚ ਨਾ ਰਵੇ, ਕੇਵਲ ਲਾਮੇ ਹੀ ਦਿੰਦੇ ਰਹੀਏ, ਵਿਆਹ ਕਿਉਂ ਕਰ ਦਿੱਤਾ, ਆਹ ਕਿਉਂ ਕਰ ਦਿੱਤਾ। ਸਾਰੀ ਜ਼ਿੰਦਗੀ ਦੇ ਕਾਰਜ ਰਾਸ ਹੋ ਜਾਣਗੇ। ਉਸ ਮਾਲਕ ਦੇ ਅੱਗੇ ਅਰਦਾਸ ਕਰਾਂਗੇ, ਸਰਬੱਤ ਦੇ ਕਾਰਜ ਰਾਸ ਕਰਨੇ। ਇਹ ਸੱਚੇ ਪਾਤਸ਼ਾਹ, ਤੇਰੇ ਦਰ ਤੇ ਆਏ ਹਾਂ, ਮੇਰੀ ਜ਼ਿੰਦਗੀ ਦਾ ਕਾਰਜ ਸਵਾ, ਜਿਸ ਕਾਰਜ ਲਈ ਤੂੰ ਮੈਨੂੰ ਜਨਮ ਦਿੱਤਾ ਹੈ, ਉਸ ਕਾਰਜ ਦੀ ਸਫਲਤਾ ਲਈ ਅਰਦਾਸ ਜਦੋਂ ਅਸੀਂ ਕਰਾਂਗੇ
ਉਹ ਸਫਲਤਾ ਹੈ ਨਾਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੀ ਭਾਵਨੀ ਵਿੱਚ, ਗੁਰੂ ਦੇ ਸਤਿਕਾਰ ਵਿੱਚ। ਉਹ ਸਫਲਤਾ ਹੈ ਉਹਦੀ ਯਾਦ ਵਿੱਚ ਜੁੜਨ ਦੇ ਵਿੱਚ। ਇਹ ਮੰਗ ਹੈ ਜਿਹੜੀ ਪ੍ਰਬਲ ਮੰਗ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਰਬੱਤ ਦੇ ਕਾਰਜ ਰਾਸ ਕਰਦੇ। ਅੱਗੇ ਹੈ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਹ ਵਿਚਾਰਾਂ ਅਸੀਂ ਅਗਲੇ ਹਫ਼ਤੇ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ 2 ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ ਜੀ। ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।